वाहिगुरू जी का खालसा वाहिगुरू जी का खालसा वाहिगुरू जी की फतेह। ਅੱਜ ਦੀ ਕਲਾਸ ਵਿੱਚ ਹਾਜ਼ਰੀ ਭਰਨ ਵਾਲੇ ਸਾਰੇ ਵੀਰਾਂ ਭੈਣਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਹਰ ਸੋਮਵਾਰ ਦੀ ਤਰ੍ਹਾਂ ਵੀਰ ਹਰਜੀਤ ਸਿੰਘ ਜੀ ਸਾਡੇ ਨਾਲ ਗੁਰਮਤਿ ਫਿਲਾਸਫੀ ਦਾ ਕੋਈ ਨਾ ਕੋਈ ਵਿਸ਼ਾ ਜ਼ਰੂਰ ਨਿਭਾਉਂਦੇ ਹਨ, ਜੋ ਪਿਛਲੇ ਕੁਝ ਹਫ਼ਤਿਆਂ ਤੋਂ ਲੜੀ ਚੱਲ ਰਹੀ ਹੈ ਪੰਜ ਵਿਕਾਰਾਂ ਦੇ ਸੰਬੰਧ ਵਿੱਚ। ਤੇ ਉਸ ਦੇ ਆਖਰੀ ਜੋ ਵਿਸ਼ਾ ਹੈ ਔਰ ਉਹਦੀ ਪੂਰਨ ਸਮੁੱਚੀ ਵਿਚਾਰ ਜਿਹੜੀ ਹੈ ਉਹ ਅੱਜ ਉਹ ਸਾਡੇ ਨਾਲ ਸਾਂਝੀ ਕਰਨਗੇ। ਸੋ ਵੀਰ ਹਰਜੀਤ ਸਿੰਘ ਜੀ ਨੂੰ ਬੇਨਤੀ ਹੈ ਕਿ ਅੱਜ ਦੀ ਵਿਚਾਰ ਆਰੰਭ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰਿਓ, ਪਿਛਲੇ ਕੁਝ ਹਫ਼ਤਿਆਂ ਤੋਂ ਅਸੀਂ ਪੰਜ ਵਿਸ਼ੇ ਵਿਕਾਰ ਕੀ ਹਨ, ਸਿੱਖ ਨੇ ਇਹਨਾਂ ਨੂੰ ਕਿਵੇਂ ਇਸਤੇਮਾਲ ਕਰਨਾ ਹੈ ਜਾਂ ਇਹਨਾਂ ਉੱਤੇ ਕਿਵੇਂ ਕਾਬੂ ਪਾਉਣਾ ਹੈ, ਕੁਝ ਵਿਚਾਰਾਂ ਅਸੀਂ ਕਰਦੇ ਚਲੇ ਆ ਰਹੇ ਹਾਂ। ਮਨੁੱਖੀ ਸਰੀਰ ਪੰਜਾਂ ਤੱਤਾਂ ਤੋਂ ਬਣਿਆ। ਇਸ ਵਿੱਚ ਮਨ, ਬੁੱਧ, ਚਿੱਤ, ਹੰਕਾਰ ਜਿੱਥੇ ਹਨ ਉੱਥੇ ਨਾਲ ਨਾਲ ਪੰਜ ਵਿਸ਼ਿਆਂ ਦੀ ਪ੍ਰਧਾਨਤਾ ਵੀ ਦੱਸੀ ਗਈ ਹੈ। ਇਹਨਾਂ ਪੰਜ ਵਿਸ਼ਿਆਂ ਨੂੰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦਾ ਨਾਮ ਦਿੱਤਾ ਗਿਆ। ਇਹ ਪੰਜ ਐਸੇ ਜਜ਼ਬੇ ਹਨ, ਜਦੋਂ ਮਨੁੱਖ ਇਹਨਾਂ ਤੇ ਕਾਬੂ ਨਾ ਰੱਖ ਸਕੇ ਤਾਂ ਇਹ ਵਿਸ਼ੇ ਵਿਕਾਰ ਬਣ ਜਾਂਦੇ ਹਨ। ਵਿਸ਼ ਦਾ ਅਰਥ ਜ਼ਹਿਰ ਹੁੰਦਾ ਹੈ ਜੋ ਜੀਵਨ ਨੂੰ ਮੁਕਾ ਦਿੰਦੀ ਹੈ, ਤੇ ਵਿਸ਼ੇ ਵਿਕਾਰ ਦਾ ਅਰਥ ਹੈ ਆਤਮਿਕ ਜੀਵਨ ਦੀ ਮੌਤ ਲਿਆਉਣ ਵਾਲੇ। ਜੇ ਇਹ ਬੇਕਾਬੂ ਹੋ ਜਾਣ ਤਾਂ ਆਤਮਿਕ ਜੀਵਨ ਦੀ ਮੌਤ ਹੋ ਜਾਂਦੀ ਹੈ, ਤੇ ਉਸ ਮੌਤ ਵਿੱਚੋਂ ਕਈ ਐਸੀਆਂ ਕਮਜ਼ੋਰੀਆਂ ਜਨਮ ਲੈਂਦੀਆਂ ਹਨ ਜਿਹੜੀਆਂ ਮਨੁੱਖਾ ਜੀਵਨ ਦੇ ਉੱਤੇ ਕਲੰਕ ਤੇ ਇੱਕ ਧੱਬਾ ਸਾਬਤ ਹੁੰਦੀਆਂ ਹਨ। ਪਸ਼ੂ ਦਾ ਤੇ ਇਨਸਾਨ ਦਾ ਫਰਕ ਇਹੋ ਹੀ ਹੈ ਕਿ ਪਸ਼ੂ ਆਪਣੀਆਂ ਇਸ ਇੰਦਰੀਆਂ ਦੇ, ਇਸ ਵਿਕਾਰਾਂ ਦੇ ਜਜ਼ਬੇ ਨੂੰ ਸਵੈ ਕਾਬੂ ਨਹੀਂ ਰੱਖ ਸਕਦਾ, ਲੇਕਿਨ ਮਨੁੱਖ ਨੂੰ ਰੱਬ ਨੇ ਵਿਵੇਕ ਬੁੱਧ ਦੀ ਦਾਤ ਬਖਸ਼ਿਸ਼ ਕੀਤੀ ਹੈ। ਉਸ ਵਿਵੇਕ ਬੁੱਧ ਦੀ ਦਾਤ ਨਾਲ ਇਹਨਾਂ ਨੂੰ ਆਪਣੇ ਕਾਬੂ ਵਿੱਚ ਰੱਖ ਸਕਦਾ ਹੈ। ਇਹਦੀਆਂ ਲੰਬੀਆਂ ਵਿਚਾਰਾਂ ਅਸੀਂ ਪਿੱਛੇ ਕਰਦੇ ਆਏ ਹਾਂ। ਪਿਛਲੇ ਹਫ਼ਤੇ ਅਸੀਂ ਪੰਜ ਵਿਸ਼ੇ ਜਿਹੜੇ ਸਬਜੈਕਟ ਸੀ ਇਹਦੀ ਸਮਾਪਤੀ ਕੀਤੀ, ਨਾਲ ਇਹ ਵਿਚਾਰ ਕੀਤੀ ਕਿ ਗੁਰਮਤਿ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੇ ਕਾਬੂ ਪਾ ਕੇ ਸਰੀਰਕ ਲੋੜਾਂ ਪੂਰੀਆਂ ਕਰਦੇ ਹੋਏ ਆਤਮਿਕ ਉੱਨਤੀ ਨੂੰ, ਤਰੱਕੀ ਨੂੰ ਪ੍ਰਾਪਤ ਕਰਨਾ ਹੈ, ਉੱਚੀ ਆਤਮਿਕ ਅਵਸਥਾ ਤੇ ਪਹੁੰਚਣਾ ਹੈ। ਜਿਸ ਤਰ੍ਹਾਂ ਇੱਕ ਬੀਜ ਧਰਤੀ ਵਿੱਚੋਂ ਮਿੱਟੀ, ਰੂੜੀ, ਢੇਰ, ਪਾਣੀ ਤੇ ਹੋਰ ਤੱਤਾਂ ਨੂੰ ਲੈ ਕੇ ਫਲ ਤੇ ਫੁੱਲਾਂ ਦੇ ਰੂਪ ਵਿੱਚ ਬਦਲ ਜਾਂਦਾ ਹੈ, ਇਸੇ ਤਰ੍ਹਾਂ ਹੀ ਆਤਮਿਕ ਸ਼ਕਤੀ ਕਾਮ, ਕ੍ਰੋਧ, ਲੋਭ, ਹੰਕਾਰ ਵਿਸ਼ੇ ਵਿਕਾਰਾਂ ਤੇ ਕਾਬੂ ਪਾ ਕੇ ਔਗਣਾਂ ਨੂੰ ਗੁਣਾਂ ਦੇ ਰੂਪ ਵਿੱਚ ਬਦਲ ਦਿੰਦੀ ਹੈ। ਕਾਮ, ਕ੍ਰੋਧ, ਹੰਕਾਰ, ਲੋਭ, ਹਠ, ਮੋਹ ਨਾ ਮਨ ਸਿਉ ਲਾਵੈ, ਤਬ ਹੀ ਆਤਮ ਤਤ ਕੋ ਦਰਸੇ ਪਰਮ ਪੁਰਖ ਕੈ ਪਾਵੈ। ਇਹ ਦਸਮ ਪਾਤਸ਼ਾਹ ਜੀ ਦਾ ਰਾਮਕਲੀ ਵਿੱਚ ਲਿਖਿਆ ਹੋਇਆ ਇੱਕ ਬੋਲ ਵੀ ਆਉਂਦਾ ਹੈ। ਤੋਂ ਅਸੀਂ ਇਸ ਨਤੀਜੇ ਤੇ ਪਹੁੰਚੇ ਸੀ ਕਿ ਸਿੱਖ ਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੂੰ ਮਾਰਨਾ ਨਹੀਂ, ਸੁਧਾਰਨਾ ਹੈ, ਚੇਂਜ ਕਰਨੀ ਹੈ। ਕਾਮ ਨੂੰ ਸੰਜਮ ਤੇ ਸ਼ਕਤੀ ਵਿੱਚ, ਕ੍ਰੋਧ ਨੂੰ ਵੀਰਤਾ ਤੇ ਵੀਰ ਰਸ ਵਿੱਚ, ਲੋਭ ਨੂੰ ਮਿਹਨਤ
ਤੇ ਸੰਤੋਖ ਵਿੱਚ, ਮੋਹ ਨੂੰ ਪ੍ਰੇਮ ਤੇ ਕੁਰਬਾਨੀ ਵਿੱਚ, ਅਤੇ ਹੰਕਾਰ ਨੂੰ ਸਵੈਮਾਨ ਤੇ ਅਣਖ ਵਿੱਚ ਤਬਦੀਲ ਕਰਨਾ ਹੈ, ਇਹਦਾ ਰੂਪ ਬਦਲਣਾ ਹੈ। ਇਹਨਾਂ ਨੂੰ ਮਾਰਨ ਵਾਲੇ ਪਾਸੇ ਨਹੀਂ ਜਾਣਾ, ਸਗੋਂ ਇਹਨਾਂ ਦੀ ਵਰਤੋਂ ਬਦਲ ਕੇ ਇਹਨਾਂ ਨੂੰ ਇਸ ਢੰਗ ਨਾਲ ਵਰਤੋਂ ਕਰਨੀ ਹੈ ਕਿ ਇਹ ਸਾਡੇ ਜੀਵਨ ਵਿੱਚ ਸੁਖਦਾਈ ਚੀਜ਼ਾਂ ਬਣ ਜਾਣ। ਵਿਸ਼ੇ ਵਿਕਾਰਾਂ ਤੋਂ ਹਟ ਕੇ ਇਹ ਚੀਜ਼ਾਂ ਸਾਨੂੰ ਸੁੱਖ ਦੇਣ ਵਾਲੇ ਪਾਸੇ ਲੱਗਣ। ਤੇ ਜਦੋਂ ਮਨੁੱਖ ਇਹਨਾਂ ਤੇ ਕਾਬੂ ਪਾ ਲੈਂਦਾ ਹੈ, ਜਦੋਂ ਉਹਦੇ ਅੰਦਰ ਇਹ ਚੇਂਜ ਆ ਜਾਂਦੀ ਹੈ, ਜਦੋਂ ਮਨੁੱਖ ਕਾਮ ਨੂੰ ਸੰਜਮ ਤੇ ਸ਼ਕਤੀ ਵਿੱਚ ਵਰਤ ਲਵੇ, ਕ੍ਰੋਧ ਨੂੰ ਵੀਰਤਾ ਤੇ ਵੀਰ ਰਸ ਵਿੱਚ ਬਦਲ ਗਏ, ਲੋਭ ਨੂੰ ਮਿਹਨਤ ਅਤੇ ਸੰਤੋਖ ਵਿੱਚ ਬਦਲੇ, ਮੋਹ ਨੂੰ ਪ੍ਰੇਮ ਤੇ ਕੁਰਬਾਨੀ ਵਿੱਚ ਬਦਲ ਲਵੇ, ਹੰਕਾਰ ਨੂੰ ਆਪਣੀ ਸਵੈਮਾਨ ਤੇ ਅਣਖ ਵਿੱਚ ਜਦੋਂ ਤਬਦੀਲ ਕਰ ਲੈਂਦਾ ਹੈ, ਫਿਰ ਇਹਦੇ ਵਿੱਚ ਗੁਣ ਪੈਦਾ ਹੁੰਦੇ ਹਨ। ਇਹ ਗੁਣਾਂ ਦੀ ਬਖਸ਼ਿਸ਼ ਨਾਲ ਹੀ ਇਹ 5 ਵਿਸ਼ਿਆਂ ਦੇ ਉੱਤੇ, ਵਿਕਾਰਾਂ ਦੇ ਉੱਤੇ ਕਾਬੂ ਪਾਇਆ ਜਾ ਸਕਦਾ ਹੈ। ਉਹ ਸ਼ੁਭ ਗੁਣ ਸਚਾਈ, ਪ੍ਰੇਮ, ਵਿਰਾਗ, ਦਇਆ, ਸੰਤੋਖ, ਨਿਮਰਤਾ, ਇਹਨਾਂ ਦੇ ਅਸੀਂ ਵਿਚਾਰ ਨਾਲ ਨਾਲ ਅੱਜ ਕਰਾਂਗੇ। ਆਈ ਹੋਈ ਉਸ ਤਬਦੀਲੀ ਦਾ, ਜਿਹੜੀ ਉਹ ਗੁਰੂ ਦੇ ਸ਼ਰਨ ਪੈ ਕੇ ਇਹਨਾਂ 5 ਵਿਸ਼ੇ ਵਿਕਾਰਾਂ ਨੂੰ ਕਾਬੂ ਕਰਨ ਦਾ ਜਿਨ੍ਹਾਂ ਨੇ ਫਾਰਮੂਲਾ ਸਿੱਖ ਲਿਆ, ਜੋ ਇਸ ਮਾਰੇ ਸੋਈ ਸੂਰਾ ਦੀ ਪਦਵੀ ਤੇ ਪਹੁੰਚਿਆ, ਉਸ ਸੂਰਮਿਆਂ ਦੇ ਅੰਦਰ ਕੀ ਗੁਣ ਹੁੰਦੇ ਹਨ, ਉਹਨਾਂ ਦੇ ਵਿਚਾਰ ਅੱਜ ਅਸੀਂ ਸ਼ੁਰੂ ਕਰ ਰਹੇ ਹਾਂ। ਤਾਂ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਸੱਚ ਦੀ। ਸੱਚ ਦਾ ਅਰਥ ਗੁਰਬਾਣੀ ਵਿੱਚ ਸਦਾ ਸਥਿਰ ਰਹਿਣ ਵਾਲਾ, ਸਦਾ ਕਾਇਮ ਰਹਿਣ ਵਾਲਾ, ਜਿਸ ਦੀ ਕਦੀ ਅੰਤ ਨਾ ਹੋਵੇ, ਜਿਹੜਾ ਭੂਤ ਵਿੱਚ, ਬੀਤ ਚੁੱਕੇ ਸਮੇਂ ਵਿੱਚ, ਜਿਹੜਾ ਆਉਣ ਵਾਲੇ ਸਮੇਂ ਵਿੱਚ, ਤੇ ਜਿਹੜੀ ਚੱਲ ਰਹੇ ਸਮੇਂ ਵਿੱਚ ਸਦਾ ਕਾਇਮ ਰਹਿਣ ਵਾਲਾ ਹੋਵੇ, ਉਹਨੂੰ ਸੱਚ ਕਹਿੰਦੇ ਹਨ, ਸੱਚ ਕਹਿੰਦੇ ਹਨ। ਇਸੇ ਵਾਸਤੇ ਹੀ ਸਿੱਖੀ ਦੇ ਵਿੱਚ ਵਾਹਿਗੁਰੂ ਨੂੰ, ਉਸ ਪਰਮ ਪਿਤਾ ਪਰਮੇਸ਼ਰ ਨੂੰ ਸੱਤ ਦਾ ਰੂਪ ਵਿੱਚ ਯਾਦ ਕੀਤਾ ਗਿਆ ਹੈ। ਜਿਹਨੂੰ ਅਸੀਂ ਸਤ ਨਾਮ ਦੀ ਗੱਲ ਜਦੋਂ ਕਰਦੇ ਹਾਂ, ਜਾਂ ਸਤ ਗੁਰ ਪ੍ਰਸਾਦ ਦੀ ਗੱਲ ਜਦੋਂ ਕਰਦੇ ਹਾਂ, ਤਾਂ ਇੱਥੋਂ ਇਹ ਗੱਲਾਂ ਕੁਝ ਸਾਡੇ ਸਾਹਮਣੇ ਉਗੜ ਕੇ ਆਉਂਦੀਆਂ ਹਨ। ਸੱਚ ਮਨੁੱਖਾ ਜੀਵਨ ਦੇ ਸਾਰੇ ਕੰਮਕਾਜ ਦਾ ਇੱਕ ਸਰੋਤ ਹੈ, ਇੱਕ ਮੂਲ ਹੈ। ਜਿਸ ਤਰ੍ਹਾਂ ਇੱਕ ਖਿੱਚ ਸ਼ਕਤੀ ਨਾਲ, ਚੁੰਬਕੀ ਸ਼ਕਤੀ ਨਾਲ ਸਾਰੀਆਂ ਚੀਜ਼ਾਂ ਆਪਣੀ ਥਾਂ ਤੇ ਖੜੀਆਂ ਰਹਿੰਦੀਆਂ ਹਨ, ਉਸ ਵੱਲ ਖੜੀਆਂ ਖਿੱਚੀਆਂ ਜਾਂਦੀਆਂ ਤੇ ਉੱਥੇ ਖੜੀਆਂ ਹੋ ਜਾਂਦੀਆਂ ਹਨ। ਇਸੇ ਤਰ੍ਹਾਂ ਇੱਕ ਮਨੁੱਖੀ ਸਮਾਜ ਦਾ ਸਾਰਾ ਪ੍ਰਬੰਧ ਸੱਚ ਦੇ ਸਹਾਰੇ ਦੇ ਉੱਤੇ, ਸੱਚ ਦੇ ਚੁੰਬਕ ਦੇ ਉੱਤੇ ਕਾਇਮ ਰਹਿ ਸਕਦਾ ਹੈ। ਇਸ ਵਾਸਤੇ ਗੁਰੂ ਜੀ ਨੇ ਗੁਰਬਾਣੀ ਵਿੱਚ ਗੱਲ ਕੀਤੀ ਵੀ ਹਰ ਚੀਜ਼ ਸੱਚ ਤੋਂ, ਮਨੁੱਖ ਦੀ ਜਿਹੜੀ ਹਰ ਚੀਜ਼ ਹੈ ਉਹ ਸੱਚ ਤੋਂ ਛੋਟੀ ਹੈ। ਤੇ ਸੱਚ ਨੂੰ ਜੀਵਨ ਵਿੱਚ ਧਾਰਨ ਕਰਨ ਵਾਲਾ, ਜਾਂ ਸੱਚ ਦਾ ਕਿਰਦਾਰ ਬਣਾਉਣ ਵਾਲਾ, ਜਿਹਦੇ ਜੀਵਨ ਵਿੱਚ ਸੱਚ ਆ ਗਿਆ, ਉਹ ਸੱਚ ਤੋਂ ਵੀ ਉੱਪਰ ਉੱਚਾ ਹੋ ਜਾਂਦਾ ਹੈ। ਅਸੀਂ ਗੁਰਬਾਣੀ ਵਿੱਚ ਪੜ੍ਹਦੇ ਹਾਂ, ਸੱਚੋਂ ਪੁਰਾ ਸਭ ਕੋ ਉੱਪਰ ਸੱਚ ਆਚਾਰ। ਹਰ ਚੀਜ਼ ਸੱਚ ਤੋਂ ਥੱਲੇ ਗਿਣੀ ਜਾਂਦੀ ਹੈ, ਪਰ ਸੱਚ ਦਾ ਕਿਰਦਾਰ, ਸੱਚ ਦਾ ਆਚਾਰ, ਸੱਚ ਦਾ ਵਿਵਹਾਰ ਜਦੋਂ ਪ੍ਰੈਕਟੀਕਲ ਤੌਰ ਤੇ ਮਨੁੱਖ ਜੀਵਨ ਵਿੱਚ ਆ ਜਾਂਦਾ ਹੈ, ਉਸ ਤੋਂ ਵੀ ਉੱਚਾ ਬਣ ਜਾਂਦਾ ਹੈ। ਸਾਰੇ ਸਾਧਨ ਅਧੂਰੇ ਹਨ, ਪਰ ਸੱਚ ਦਾ ਕਿਰਦਾਰ ਸਭ ਤੋਂ ਉੱਚਾ ਹੈ। ਸੱਚ ਮਨ ਨੂੰ ਪਵਿੱਤਰ ਕਰਦਾ ਹੈ। ਜੋ ਸੱਚ ਹੈ ਉਹ ਮਨੁੱਖੀ ਜੀਵਨ ਦੀ ਘਾਟ ਨੂੰ ਘਟਦਾ ਹੈ। ਛੋਟੀ ਜਿਹੀ ਸਾਖੀ ਆਉਂਦੀ ਹੈ ਸਿੱਖ ਇਤਿਹਾਸ ਵਿੱਚ, ਚੇਂਜ ਕਿਵੇਂ ਆਉਂਦੀ, ਤਬਦੀਲੀ ਕਿਵੇਂ ਆਉਂਦੀ। ਇੱਕ ਚੌਧਰੀ ਆਪਣੇ ਘਰ ਪਲੰਘ ਤੇ ਬੈਠਾ ਹੋਇਆ ਹੈ,
ਤੇ ਅਚਾਨਕ ਕਿਸੇ ਨੇ ਬਾਹਰੋਂ ਆਵਾਜ਼ ਦਿੱਤੀ ਹੈ, ਚੌਧਰੀ ਜੀ ਮੈਂ ਅੰਦਰ ਲੰਘ ਆਵਾਂ। ਅੱਗੋਂ ਆਵਾਜ਼ ਆਈ, ਹਾਂ, ਪਰ ਲੰਘ ਗਿਆ। ਸਾਹਮਣੇ ਜਾ ਕੇ ਖੜਾ ਹੋਇਆ, ਉਹਨੇ ਸਵਾਲ ਕੀਤਾ ਵੀ ਮੈਂ ਤੈਨੂੰ ਪਛਾਣਿਆ ਨਹੀਂ, ਤੂੰ ਕੌਣ ਹੈ ਜਿਸ ਨੇ ਇੰਨੇ ਪਿਆਰ ਨਾਲ ਮੈਨੂੰ ਆਵਾਜ਼ ਮਾਰੀ ਹੈ। ਉਹਨੇ ਅੱਗੋਂ ਜਵਾਬ ਹੱਥ ਜੋੜ ਕੇ ਕਿਹਾ, ਜੀ ਮੈਂ ਤੁਹਾਡਾ ਚੋਰ ਹਾਂ। ਚੋਰ ਹੋਵੇ ਆਪਣੇ ਆਪ ਆਪਣੇ ਮੂੰਹ ਤੋਂ ਇਹ ਲਫ਼ਜ਼ ਬੋਲੇ, ਮੈਂ ਚੋਰ ਹਾਂ। ਕਹਿੰਦਾ, ਜੀ ਮੈਂ ਤੁਹਾਡਾ ਚੋਰ ਹਾਂ। ਲਗਭਗ 3 ਸਾਲ ਪਹਿਲਾਂ ਮੈਂ ਤੁਹਾਡੇ ਘਰ ਤੋਂ ਮੱਝ ਚੋਰੀ ਕਰਕੇ ਲੈ ਗਿਆ ਸਾਂ। ਉਹ ਮੱਝ ਮੇਰੇ ਘਰ ਰਹੀ, ਮੱਝ ਨੇ ਦੁੱਧ ਦਿੱਤਾ, ਮੈਂ ਦੁੱਧ ਵੇਚਿਆ। ਮੱਝ ਨੇ ਮੇਰੇ ਘਰ ਜਾ ਕੇ ਕੱਟਾ ਦਿੱਤਾ, ਉਹ ਕੱਟਾ ਵੇਚੇ ਹੋਏ ਦੁੱਧ ਦੇ ਪੈਸੇ, ਕੱਟਾ ਬਾਹਰ ਬੰਨਿਆ ਹੋਇਆ ਹੈ, ਵੇਚੇ ਹੋਏ ਦੁੱਧ ਦੇ ਪੈਸੇ ਇਹ ਮੇਰੀ ਥੈਲੀ ਵਿੱਚ ਹਨ। ਚੌਧਰੀ ਜੀ ਇਹਨੂੰ ਲੈ ਲਓ ਤੇ ਇੱਕ ਵਾਰੀ ਆਪਣੀ ਜ਼ੁਬਾਨ ਤੋਂ ਕਹਿ ਦਿਓ, ਮੈਂ ਤੇਰਾ ਗੁਨਾਹ ਮਾਫ ਕੀਤਾ। ਚੌਧਰੀ ਦਾ ਰੰਗ ਆਵੇ, ਇੱਕ ਰੰਗ ਜਾਵੇ। ਚੋਰ ਹੋਵੇ, ਚੋਰ ਆਪ ਚੱਲ ਕੇ ਆ ਜਾਏ। ਚੋਰ ਹੋਵੇ, ਚੋਰੀ ਦਾ ਮਾਲ ਮੋੜ ਜਾਵੇ। ਕੇਵਲ ਲਿਖਿਆ ਹੋਇਆ ਮਾਲ ਹੀ ਨਹੀਂ, ਉਹਦੇ ਨਾਲ ਵਿਆਜ ਵੀ ਲੈ ਕੇ ਆ ਜਾਏ। ਇਹ ਕਿਵੇਂ ਹੋ ਗਿਆ? ਉਹ ਕਹਿੰਦਾ, ਭਲੇ ਮਾਨਸਾ ਤੈਨੂੰ ਹੋ ਕੀ ਗਿਆ ਹੈ? ਅੱਗੋਂ ਨੇ ਜਵਾਬ ਦਿੱਤਾ, ਜੀ ਮੈਂ ਹੁਣ ਗੁਰੂ ਦਾ ਸਿੱਖ ਬਣ ਗਿਆ ਹਾਂ। ਹੁਣ ਮੈਂ ਗੁਰੂ ਦਾ ਸਿੱਖ ਹੋ ਗਿਆ ਹਾਂ ਤੇ ਮੇਰੇ ਗੁਰੂ ਦਾ ਹੁਕਮ ਹੈ, ਚੋਰ ਕੀ ਹਾਮਾ ਭਰੇ ਨਾ ਕੋਏ, ਚੋਰ ਕੀਆ ਚੰਗਾ ਕਿਉਂ ਹੋਏ। ਸਿੱਖ ਇਤਿਹਾਸ ਵਿੱਚ ਇਹਦਾ ਨਾਮ ਭਾਈ ਮੇਰੂ ਦੇ ਨਾਮ ਨਾਲ ਪ੍ਰਸਿੱਧ ਹੋਇਆ ਹੈ। ਇਹ ਕਥਾ ਗੁਰੂ ਅਰਜਨ ਦੇਵ ਮਹਾਰਾਜ ਦੇ ਜੀਵਨ ਨਾਲ ਸੰਬੰਧ ਰੱਖਦੀ ਹੈ। ਤਾਂ ਮੈਂ ਸਿਰਫ ਇੰਨੀ ਕੁ ਬੇਨਤੀ ਕਰਦਾ ਹਾਂ, ਸੱਚ ਜੀਵਨ ਦੀ ਘਾਟ ਨੂੰ ਘੜਦਾ ਹੈ। ਜਦੋਂ ਸੱਚ ਪੱਲੇ ਪੈ ਜਾਂਦਾ ਹੈ, ਜਦੋਂ ਸੱਚ ਜੀਵਨ ਵਿੱਚ ਆ ਜਾਂਦਾ ਹੈ, ਮਨੁੱਖ ਦੇ ਮਨ ਨੂੰ ਪਵਿੱਤਰਤਾ ਮਿਲ ਜਾਂਦੀ ਹੈ। ਸੱਚੇ ਜੀਵਨ ਤੋਂ ਧਰਮ ਦੀ ਪ੍ਰੀਖਿਆ ਸ਼ੁਰੂ ਹੁੰਦੀ ਹੈ। ਦੂਜੇ ਲਫ਼ਜ਼ਾਂ 'ਚ ਅਸੀਂ ਕਹਿ ਲਈਏ ਕਿ ਸੱਚਿਆਰ ਜੀਵਨ ਤੋਂ ਹੀ ਧਰਮ ਦੀ ਪ੍ਰੀਖਿਆ ਹੁੰਦੀ ਹੈ। ਵਾਹਿਗੁਰੂ ਦਾ ਇੱਕ ਗੁਣ ਸੱਤ ਹੈ। ਮਨ, ਬਚਨ ਤੇ ਕਰਮਾਂ ਨਾਲ ਸੱਤ ਦੀ ਵਰਤੋਂ ਕਰਨ ਨਾਲ ਉਸ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਮਨ ਕਰਕੇ, ਬਚਨਾ ਕਰਕੇ, ਕਰਮਾਂ ਕਰਕੇ, ਇਹ ਤਿੰਨਾਂ ਵਿੱਚ ਸੱਤ ਹੋਣਾ ਚਾਹੀਦਾ ਹੈ। ਪਹਿਲਾਂ ਸਾਡੇ ਅੰਦਰ ਸੱਚ ਹੋਵੇ, ਜੇ ਅੰਦਰ ਸੱਚ ਨਹੀਂ, ਫਿਰ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਪ੍ਰਵਾਨਗੀ ਨਹੀਂ ਬਖਸ਼ੀ। ਜਿਉ ਮੈਲੇ ਬਾਹਰੋਂ ਨਿਰਮਲ, ਇਹ ਗੱਲ ਆਨੰਦ ਸਾਹਿਬ ਦੀ ਬਾਣੀ ਵਿੱਚ ਗੁਰੂ ਪਾਤਸ਼ਾਹ ਜੀ ਨੇ ਕੀਤੀ ਹੈ। ਜਿਉ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜਿਉ ਤਾਂ ਮੈਲੇ, ਤਿਨੀ ਜਨਮ ਜੂਏ ਹਾਰਿਆ। ਤ੍ਰਿਸ਼ਨਾ ਵੱਡਾ ਰੋਗ ਲੱਗਾ, ਮਨ ਮਨੋਂ ਵਿਸਾਰਿਆ। ਇਹ ਮਨ ਕਰਕੇ ਜੇ ਸਚਿਆਰ ਨਹੀਂ ਬਣੇ ਤਾਂ ਫਿਰ ਜਿਉ ਮੈਲੇ ਦੀ ਗੱਲ ਹੈ। ਫਿਰ ਸਚਿਆਰਤ ਦੇ ਘਰ ਵਿੱਚ ਪਹੁੰਚ ਨਹੀਂ ਹੋਏਗੀ। ਪਰ ਜਿਉ ਨਿਰਮਲ ਦੀ ਅਗਲੀ ਗੱਲ ਹੈ। ਜਿਉ ਤਾਂ ਨਿਰਮਲ, ਬਾਹਰੋਂ ਨਿਰਮਲ। ਜਿਨ੍ਹਾਂ ਨੇ ਜਿਉ ਤੇ ਨਿਰਮਲਤਾ, ਬਾਹਰ ਦੀ ਨਿਰਮਲਤਾ ਜਿਨ੍ਹਾਂ ਦੇ ਜੀਵਨ ਵਿੱਚ ਆ ਗਈ, ਜਿਨ੍ਹਾਂ ਨੇ ਜੀਵਨ ਨੂੰ ਸ਼ਿੰਗਾਰ ਲਿਆ, ਜਿਨ੍ਹਾਂ ਦੇ ਜੀਵਨ ਵਿੱਚ ਸੱਚ ਆ ਗਿਆ, ਜਿਨ੍ਹਾਂ ਦੇ ਜੀਵਨ ਵਿੱਚ ਸੱਚ ਦਾ ਪਹਿਰਾ ਹੋ ਗਿਆ, ਜਿਨ੍ਹਾਂ ਦਾ ਜੀਵਨ ਸੱਚੇ ਨਾਲ ਜੁੜ ਗਿਆ, ਜਿਨ੍ਹਾਂ ਦੇ ਜੀਵਨ ਵਿੱਚ ਸੱਚਮੁੱਚ ਹੀ ਸੱਚ ਦਾ ਆਚਾਰ ਤੇ ਵਿਹਾਰ ਬਣ ਗਿਆ, ਉਹ ਜੀਵਨ ਪ੍ਰਵਾਨ ਹੁੰਦਾ ਹੈ। ਉਸੇ ਜੀਵਨ ਨੂੰ ਪ੍ਰਵਾਨਗੀ ਮਿਲਦੀ ਹੈ। ਉਸੇ ਜੀਵਨ ਦੀ ਪ੍ਰਵਾਨਗੀ ਦੀ ਗੱਲ ਕੀਤੀ ਗਈ ਹੈ। ਉਹੀ ਜੀਵਨ ਪ੍ਰਮਾਤਮਾ ਦੇ ਘਰ 'ਚ ਵੀ ਪ੍ਰਵਾਨ ਹੁੰਦਾ ਹੈ, ਜਿਹਦੀ ਗੱਲ ਗੁਰੂ ਪਾਤਸ਼ਾਹ ਜੀ ਨੇ ਬਾਣੀ ਵਿੱਚ ਕੀਤੀ ਹੈ। ਤਾਂ ਗੱਲ ਸਪਸ਼ਟ ਹੈ, ਮਨ ਕਰਕੇ, ਬਚਨਾ ਕਰਕੇ, ਕਰਮਾਂ ਕਰਕੇ, ਸੱਚ ਦੀ ਵਰਤੋਂ ਕਰਨ ਨਾਲ
ਭਾਵ ਜੀਵਨ ਵਿੱਚ ਸੱਚ ਧਾਰਨ ਕਰਨ ਨਾਲ ਹੀ ਸੱਚ ਦੀ ਪ੍ਰਾਪਤੀ ਹੋ ਸਕਦੀ ਹੈ, ਭਾਵ ਸੱਚੇ ਵਾਹਿਗੁਰੂ ਦੀ ਪ੍ਰਾਪਤੀ ਹੋ ਸਕਦੀ ਹੈ। ਤਾਂ ਤਿੰਨ ਚੀਜ਼ਾਂ ਬੜੀਆਂ ਜ਼ਰੂਰੀ ਹਨ। ਮਨ ਕਰਕੇ ਸਾਡੇ ਅੰਦਰ ਸੱਚ ਹੋਵੇ, ਫਿਰ ਸਾਡੇ ਬੋਲਾਂ ਤੇ ਵੀ ਸੱਚ ਹੋਵੇ। ਇਹ ਨਹੀਂ ਵੀ ਸਾਡੇ ਬੋਲਾਂ ਵਿੱਚ ਝੂਠ ਹੋਵੇ, ਅਸੀਂ ਗੱਲਾਂ ਸੱਚ ਦੀਆਂ ਕਰੀਏ। ਸਾਡੇ ਬੋਲ ਵਿੱਚ ਵੀ ਸੱਚ ਹੋਵੇ, ਭਾਵ ਸਾਡੇ ਜੀਵਨ ਦੇ ਵਿੱਚ ਵੀ ਸੱਚ ਹੋਵੇ, ਸਾਡੇ ਅੰਦਰ ਵੀ ਸੱਚ ਹੋਵੇ, ਤੇ ਸਾਡੇ ਜੋ ਬਾਹਰ ਮੂੰਹ ਵਿੱਚ ਵੀ ਸੱਚ ਹੋਵੇ। ਫਿਰ ਜਿਹੜਾ ਕਰਮ ਅਸੀਂ ਕਰਦੇ ਹਾਂ ਉਹਦੇ ਵਿੱਚ ਵੀ ਸੱਚ ਹੋਵੇ। ਜਿਹੜਾ ਕਰਮ ਅਸੀਂ ਕਰਦੇ ਹਾਂ, ਜੇ ਅਗਰ ਉਸ ਕਰਮ ਵਿੱਚ ਵੀ ਸੱਚ ਨਹੀਂ ਹੈ ਤਾਂ ਫਿਰ ਵੀ ਅਸੀਂ ਸਚਿਆਰ ਦੇ ਨਾਲ ਸਾਂਝ ਨਹੀਂ ਪਾ ਸਕਦੇ। ਇਹ ਨਹੀਂ ਗੱਲਾਂ ਅਸੀਂ ਸੱਚ ਦੀਆਂ ਕਰੀਏ ਤੇ ਵਿਹਾਰ ਸਾਡਾ ਕੱਚ ਦਾ ਹੋਵੇ। ਗੱਲਾਂ ਅਸੀਂ ਸੱਚ ਦੀਆਂ ਕਰੀਏ, ਵਿਹਾਰ ਸਾਡਾ ਕੱਚ ਦਾ ਹੋਵੇ। ਇਹ ਗੱਲ ਗੁਰੂ ਪਾਤਸ਼ਾਹ ਜੀ ਨੇ ਪ੍ਰਵਾਨ ਨਹੀਂ ਕੀਤੀ। ਗੁਰੂ ਜੀ ਨੇ ਜਿਹੜੀ ਗੱਲ ਪ੍ਰਵਾਨ ਕੀਤੀ ਉਹ ਵਿਹਾਰ ਵਿੱਚ ਸੱਚ ਦੀ ਹੈ। ਮੋਦੀ ਖਾਨੇ ਦੀ ਕਿਰਤ ਜਿਹੜੀ ਗੁਰੂ ਨਾਨਕ ਪਾਤਸ਼ਾਹ ਨੇ ਕੀਤੀ, ਉਹ ਇਹੋ ਗੱਲ ਦਰਸਾਉਂਦੀ ਹੈ। ਜਨਮ ਸਾਖੀ ਵਾਲਾ ਜਿਹੜੀ ਗੱਲ ਲਿਖਦਾ ਹੈ, पहले जो मोदी थे वो दनीम काट लेते पर नानक नहीं। पहले जो मोदी थे वो दनीम काट लेते। जेड़े पहले मोदी सी वो आई हुई रस का 10वां हिस्सा काट काट लेंदे सी, टांका लांदे सी। जो कई बार टांका लाना, जे कोई 100 सेर अनाज लैके आया, 10 सेर दे विचों रिश्वत के रूप च कढ लेना भी काट कटनी है। ਤੇ ਜਦੋਂ ਕਿਸੇ ਨੂੰ ਦੇਣਾ ਉਦੋਂ ਵੀ 10 ਕਾਟ ਕੱਟ ਕੇ ਦੇਣਾ, 100 ਦਾ 90 ਤੋਲਣਾ ਤੇ 100 ਦਾ 90 ਲੈਣਾ। ਤੇ ਦੋਨੇ ਗੱਲਾਂ ਸਨ। ਜੋ पहले जो मोदी थे वो दनीम काट लेते पर नानक नहीं। सबको आखे धन 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 गुरु नानक। नानक ਦੇ ਸੰਬੰਧ ਵਿੱਚ, ਗੁਰੂ ਨਾਨਕ ਪਾਤਸ਼ਾਹ ਦੇ ਸੰਬੰਧ ਵਿੱਚ ਜਨਮ ਸਾਖੀ ਹੈ, ਇਹ ਗੱਲ ਲਿਖੀ ਹੈ। तो गुरु नानक ने फिर उस मोदी खाने की किरत करदਿਆਂ गल समझा दी। असी ठूंगा क्यों मारिए, इखलाक विच काण पै जाती है। किरत करदਿਆਂ कौड़ा क्यों बोलीए, भाव शक्कर तोलਦਿਆਂ होया कौड़ा क्यों बोलीए, शक्कर तो मिठी हुंदी है। पासकू क्यों रखीए, ये सारिया चीज़ां गुरु नानक पातशाह ने समझाइया हैं। सच की गल जीवन में लियाउण दे लई आप करके दस्या है। फिर जिहड़ी साखी नमाज नाल ते काजी नाल ते नवाब नाल नमाज पढ़न दी आउंदी है, उत्थे अंदर सच ते बाहर सच की गल दराई है। ते अंदर मैला ते बाहरों नमाज पढ़न नाल कुछ नहीं बनना। अंदर सचार बनो, बाहर सचार हो। मन करके, बचना करके, कर्मा करके, तीन चीज़ों की गल बड़ा जोर दिता गया है। जदों मनुख मन करके, बचना करके, कर्मा करके सच नाल जुड़ता है तो उन्हें सच की पहचान हो जाती है और अंदर वसदे हुए सचार दा नाल उहदी सांझ बन जाती है। मारू राग दा वचन बोलो साच पछाणो अंदर, बोलो साच पछाणो अंदर। सच बोलो, सच बनाओ, सच कमो, सच कमाओ, ते सच्चे नूं अंदर पछाण लो। सच्चे की पछाण ही नहीं ना हो रही। साडी दुविधा की है भी सानू सचार की पछाण नहीं हो रही। अंदर तो है पर उसकी पहचान नहीं हो रही। पहचान क्यों नहीं होंदी? क्योंकि सच का विहार नहीं बनया। कर मन मेरे सत व्यवहार की गल की है। इत्थे निर्मल रसना अमृत पीओ की गल की है। सदा सुहेला कर लो जियो की गल की है। सचार बनन दी गल्लां दसियां हन। सच बोलो, सच्चा जीवन मन करके, बचना करके, कर्मा करके बना लो। तो गुरु साहब विश्वास देंदे, गुरु नानक पातशाह कहंदे ने सच बोलो तो अंदर वाहिगुरू के दर्शन कर लो। इदू वध दा विश्वास कोई नहीं हो सकता।
ਗੁਰੂ ਨਾਨਕ ਸਾਹਿਬ ਕਹਿੰਦੇ ਬੋਲੋ ਸਾਜ ਪਛਾਣੋ ਅੰਦਰ, ਵੀ ਸੱਚ ਬੋਲੋ ਅੰਦਰ ਵਿੱਚ ਅੰਦਰ ਆਪਣੇ ਅੰਦਰ ਉਹਦੇ ਦਰਸ਼ਨ ਕਰ ਲਓ। ਜੇ ਸਾਰੇ ਸੁੱਖ ਚਾਹੀਦੇ ਹਨ, ਆਤਮਿਕ ਜੀਵਨ ਸੁੱਖਾਂ ਦੀ ਭਾਲ ਹੈ, ਤੇ ਸੱਚ ਕਮਾਉਣਾ ਵੀ ਪਵੇਗਾ। ਜਿਸ ਸਰਬ ਸੁੱਖਾਂ ਫਲ ਲੋੜੀਏ ਸੋ ਸੱਚ ਕਮਾਓ, ਉਹ ਸੱਚ ਕਮਾਉਣ ਦਾ ਮਿਲਦਾ ਹੈ। ਗੁਰੂ ਪਾਤਸ਼ਾਹ ਜੀ ਨੇ ਉਹ ਨਿਰਣਾ ਸਾਡੇ ਅੱਗੇ ਰੱਖਿਆ, ਸੱਚ ਦੀ ਗੱਲ ਜਦੋਂ ਸਾਨੂੰ ਸਮਝਾਈ ਵੀ ਜਦੋਂ ਮਨੁੱਖ ਇਸ ਸੰਸਾਰ ਦੇ ਛਲ ਵਿੱਚੋਂ, ਧੋਖੇ ਵਿੱਚੋਂ, ਠੱਗੀ ਵਿੱਚੋਂ, ਫਰੇਬ ਵਿੱਚੋਂ, ਇਸ ਵਾਸ਼ਨਾ ਵਿੱਚੋਂ ਮੁੜ ਕੇ ਜਗਤ ਦੇ ਅਸਲੇ ਦੀ ਸਮਝ ਮਨੁੱਖ ਨੂੰ ਕਦੋਂ ਆਉਂਦੀ ਹੈ, ਕਦੋਂ ਆ ਸਕਦੀ ਹੈ? ਜਦੋਂ ਅਸਲੀਅਤ ਦੇ ਮਾਲਕ ਰੱਬ ਦੀ ਯਾਦ ਉਹਦੇ ਹਿਰਦੇ ਵਿੱਚ ਟਿਕ ਜਾਵੇ। ਜਦੋਂ ਹਿਰਦੇ ਵਿੱਚ ਤੇ ਉਹਦੀ ਯਾਦ ਟਿਕਦੀ ਹੈ, ਫਿਰ ਮਨ ਤੋਂ ਮਾਇਆ ਤੇ ਅਸਰ ਦੂਰ ਹੁੰਦਾ ਹੈ। ਮਨ ਘੜਿਆ ਜਾਂਦਾ ਹੈ ਤੇ ਮਨ ਦੇ ਨਾਲ ਫਿਰ ਸਰੀਰ ਦੀ ਘਾਟ ਵੀ ਘੜੀ ਜਾਂਦੀ ਹੈ। ਸਰੀਰ ਦੀ ਘਾਟ ਦਾ ਮਤਲਬ ਸਰੀਰਕ ਇੰਦਰੀ ਵੀ ਫਿਰ ਗੰਦੇ ਪਾਸੇ ਵਾਲੇ ਪਾਸੇ ਜਾਣੇ ਤੋਂ ਹਟ ਜਾਂਦੇ ਹਨ। ਜਿਨ੍ਹਾਂ ਨੂੰ ਅਸੀਂ ਵਿਸ਼ੇ ਵਿਕਾਰ ਕਹਿੰਦੇ ਹਨ, ਉਹਨਾਂ ਵੱਲੋਂ ਮਨ ਮੁੜਿਆ ਹੁੰਦਾ ਹੈ। ਇਉਂ ਕਹਿ ਲਈਏ ਕਿ ਜਦੋਂ ਇਹਨਾਂ ਦੇ ਮਨੁੱਖ ਇਹਨਾਂ ਉੱਤੇ ਕਾਬੂ ਕਰਕੇ ਇਹਨਾਂ ਨੂੰ ਆਪਣੇ ਅਧੀਨ ਕਰ ਲੈਂਦਾ ਹੈ, ਇਹੀ ਇੱਕ ਸਭ ਤੋਂ ਵੱਡਾ ਇਸ਼ਨਾਨ ਹੋ ਕੇ ਸਾਫ਼ ਤੇ ਸਪਸ਼ਟ ਸਵੱਛ ਹੋ ਗਿਆ, ਮਨੁੱਖ ਸਵੱਛ ਹੋ ਗਿਆ। ਕਦੋਂ? ਤਾਂ ਜਦੋਂ ਸੱਚ ਹਿਰਦੇ ਵਿੱਚ ਵਸਿਆ, ਜਦੋਂ ਸੱਚ ਦਾ ਵਾਸਾ ਹਿਰਦੇ ਵਿੱਚ ਹੋਇਆ। ਜਦੋਂ ਮਨੁੱਖ ਇਹ ਆਪਣੇ ਅਸਲੇ ਨੂੰ ਲੱਭਣ ਦੀ ਕੋਸ਼ਿਸ਼ ਕਰਨੀ ਹੈ, ਕਰਨ ਦਾ ਚਾਹਵਾਨ ਹੋਵੇ, ਤਾਂ ਪਹਿਲਾਂ ਉਸ ਨੂੰ ਇਸ ਗੱਲ ਦਾ ਸਮਝ ਲੈਣਾ ਚਾਹੀਦਾ ਹੈ ਕਿ ਇਹਦਾ ਮੂਲ ਆਧਾਰ ਸੱਚਾ ਜੀਵਨ ਹੈ, ਸਚਿਆਰ ਜੀਵਨ ਹੈ। ਬਿਨਾਂ ਸਚਿਆਰ ਜੀਵਨ ਦੇ ਨਾ ਤਾਂ ਮਾਇਆ ਦੇ ਬੰਧਨਾਂ ਤੋਂ ਖਲਾਸੀ ਦਾ ਰਾਹ ਲੱਭ ਸਕਦਾ ਹੈ, ਤੇ ਨਾ ਹੀ ਨਿਰੰਕਾਰ ਦੇ ਦਰਸ਼ਨ ਅੰਦਰ ਹੋ ਸਕਦੇ ਹਨ। ਤਾਂ ਸਚਿਆਰ ਦਾ ਦੂਜੇ ਲਫ਼ਜ਼ਾਂ 'ਚ ਇਹ ਵੀ ਗੱਲ ਕਰ ਲਈਏ ਕਿ ਸਚਿਆਰ ਜੀਵਨ ਅਸਲ ਵਿੱਚ ਹੁਕਮੀ ਜੀਵਨ ਹੈ, ਹੁਕਮੀ ਬੰਦਾ ਜੀਵਨ ਹੈ, ਹੁਕਮੀ ਬਣ ਕੇ ਜਿਉਣਾ ਹੈ। ਸਚਿਆਰ ਜੀਵਨ ਇਹ ਨਹੀਂ ਕਿ ਉਹਦੀ ਚਮਕ ਬਦਲ ਜਾਂਦੀ ਹੈ, ਉਹਦੀ ਸ਼ਕਲ ਬਦਲ ਜਾਂਦੀ ਹੈ, ਉਹਦਾ ਰੂਪ ਬਦਲ ਜਾਂਦਾ ਹੈ, ਐਸੀ ਬਾਤ ਨਹੀਂ ਹੈ। ਨਾ ਉਹਦੀ ਸ਼ਕਲ ਬਦਲਦੀ ਹੈ, ਨਾ ਰੂਪ ਬਦਲਦਾ ਹੈ, ਕੇਵਲ ਵਿਚਾਰ ਬਦਲਦੇ ਹਨ। ਉਹ ਵਿਚਾਰਾਂ ਦੇ ਕਰਕੇ ਹੀ ਮਨੁੱਖ ਉੱਚੇ ਰਸਤੇ ਤੇ ਪਹੁੰਚ ਜਾਂਦਾ ਹੈ। ਜਦੋਂ ਮਨੁੱਖ ਨੂੰ ਸੱਚ ਨਾਲ ਜੁੜਨ ਦਾ ਸੁਭਾਅ ਬਣਦਾ ਤੇ ਅੰਦਰ ਖਿੜਦਾ ਹੈ, ਮਨ ਖਿੜ ਉੱਠਦਾ ਹੈ। ਹਿਰਦੇ ਦਾ ਕਮਲ ਰੂਪੀ ਫੁੱਲ ਸੁਗੰਧੀਆਂ ਬਖਸ਼ਦਾ ਹੈ, ਅੰਦਰ ਖੁਸ਼ਬੂ ਆਉਣੀ ਸ਼ੁਰੂ ਹੁੰਦੀ ਹੈ। ਪਹਿਲਾਂ ਕੀ ਸੀ? ਹਿਰਨ ਵਾਂਗੂ ਭਟਕਣਾ ਸੀ, ਜਿਉਂ ਕਸਤੂਰੀ ਮਿਰਗ ਨਾ ਜਾਣੇ, ਭਰਮ ਦਾ ਭਰਮ ਭੁਲਾਇਆ, ਅੰਮ੍ਰਿਤ ਤਜ ਵਿਖ ਸੰਗਰ ਹੈ, ਕਰਤੇ ਆਪ ਖੁਆਇਆ। ਪਹਿਲਾਂ ਇਹ ਪੋਜੀਸ਼ਨ ਤੇ ਖੜਾ ਸੀ। ਹਿਰਨ ਨੂੰ ਖੁਸ਼ਬੂ ਆਪਣੀ ਨਾਭੀ ਵਿੱਚੋਂ ਕਸਤੂਰੀ ਦੀ ਖੁਸ਼ਬੂ ਆਉਂਦੀ ਹੈ, ਪਰ ਹਿਰਨ ਸਮਝ ਨਾ ਸਕਿਆ। ਭਟਕਦਾ ਭਟਕਦਾ, ਦੌੜਦਾ ਦੌੜਦਾ ਉਸ ਨਾਭੀ ਦੀ ਖੁਸ਼ਬੂ ਲੈਣ ਦੇ ਲਈ ਹਿਰਨ ਆਪਣੇ ਜੀਵਨ ਤੋਂ ਹਾਜ਼ਰ ਹੱਥ ਧੋ ਬੈਠਾ, ਪਰ ਇਹ ਸਮਝ ਨਾ ਆਈ ਕਿ ਇਸ ਮੇਰੀ ਆਪਣੀ ਨਾਭੀ ਵਿੱਚੋਂ ਹੀ ਉਸ ਕਸਤੂਰੀ ਦੀ ਸੁਗੰਧੀ ਆ ਰਹੀ ਹੈ। ਮਨੁੱਖਤਾ ਹਾਲ ਵੀ ਹੋਈ ਹੈ। ਕਦੀ ਕਿਸ ਤੀਰਥਾਂ ਤੇ ਇਸ਼ਨਾਨ ਕਰਨ ਜਾਂਦਾ ਹੈ, ਕਦੀ 84 ਦੇ ਚੱਕਰਾਂ 'ਚ ਪਿਆ ਹੋਇਆ, ਕਦੀ ਗਿਣਤੀਆਂ ਮਿਣਤੀਆਂ ਦੇ ਰਟਨ ਕਰਦਾ ਹੈ, ਕਦੇ ਚੁਪਹਿਰੇ ਕੱਟਦਾ ਹੈ, ਕਦੇ ਵਰਤ ਤੇ ਹੋਰ ਪਖੰਡ ਰੱਖ ਲੈਂਦਾ ਹੈ। ਕਿਸ ਵਾਸਤੇ? ਸਚਿਆਰ ਬਣਨ ਲਈ, ਸੱਚਾ ਜੀਵਨ ਲੈਣ ਦੇ ਲਈ। ਪਰ ਅਸਲ ਵਿੱਚ ਮਨੁੱਖ ਨੂੰ ਇਸ ਗੱਲ ਦੀ ਸਮਝ ਹੀ ਨਹੀਂ ਆਈ ਵੀ ਸਚਿਆਰ ਜੀਵਨ ਦਾ ਆਧਾਰ ਇਹ ਚੀਜ਼ਾਂ ਹੈ ਨਹੀਂ ਹਨ। ਇਹ ਸਾਡੇ ਇੱਕ ਭੁਲੇਖਾ ਹੈ, ਇਹ ਸਾਡੇ ਮਨ ਦੀ ਨਾ ਸਮਝੀ ਹੈ। ਸਚਿਆਰ ਜੀਵਨ ਦਾ ਹਿੱਸਾ ਨਹੀਂ ਹਨ। ਸਚਿਆਰ ਜੀਵਨ ਦਾ ਹਿੱਸਾ
ਅੰਤਰਮੁਖੀ ਹੋਣਾ ਹੈ ਤੇ ਉਹਦੇ ਮਨ ਤੇ ਬੋਲ ਤੇ ਕਰਮਾਂ ਵਿੱਚ ਸੱਚੋ ਸੱਚ ਝਲਕਣਾ ਚਾਹੀਦਾ ਹੈ। ਜਦੋਂ ਫਿਰ ਇਹ ਆਉਂਦਾ ਹੈ ਉਦੋਂ ਇਹਦਾ ਜੀਵਨ ਦਾ ਅੰਦਰਲਾ ਫਿਰ ਖਿੜ ਉੱਠਦਾ ਹੈ। ਮੁਰਝਾਇਆ ਹੋਇਆ ਕੌਲ ਰੂਪੀ ਫੁੱਲ ਖਿੜ ਗਿਆ, ਜਿਨ੍ਹਾਂ ਬਾਤ ਕੋ ਬਹੁਤ ਅੰਦੇਸਰੋ ਤੇ ਮਿਟੇ ਸਭ ਗਿਆ। ਸਹਿਜ ਸਾਨਿਆ ਸੂਖਮਨ ਨਾਰੀ ਊਦ ਕਮਲ ਵਿਕਸਿਆ। ਦੇਖੋ ਅਚਰਜ ਪਿਆ, यही ठाकर को सुनत अगाध बोध सो हृदय गुर दिया। जो ये दूत में बहुत सतावत ते भयानक पिया, करे बेनती राख ठाकुर ते हम तेरी शरण आया। ये चेंज आ गई, ये तब्दीली आ गई, किहदे करके? सच दे किरदार करके, सच दे आचार करके। ਜਦੋਂ ਮਨੁੱਖ ਨੂੰ ਸੱਚੇ ਜੀਵਨ ਸਚਿਆਰ ਜੀਵਨ ਦੀ ਸੋਝੀ ਬਣ ਜਾਂਦੀ ਹੈ, ਫਿਰ ਮੈਂ ਬੇਨਤੀ ਕਰਦੇ ਹਾਂ ਵੀ ਇਸ ਸਚਿਆਰ ਜੀਵਨ ਨਾਲ ਹੀ ਨਾਮ ਦਾ ਬੀਜ ਇਸ ਸਰੀਰ ਰੂਪੀ ਧਰਤੀ ਵਿੱਚ ਬੀਜਿਆ ਜਾ ਸਕਦਾ ਹੈ। ਸੱਚਮੁੱਚ ਜੇ ਨਾਮ ਦੀ ਫਸਲ ਪ੍ਰਫੁੱਲਤ ਕਰਨੀ ਹੈ, ਅੰਦਰ ਸ਼ੌਂਕ ਹੈ, ਅੰਦਰ ਚਾਹ ਹੈ, ਅੰਦਰ ਵਿਚਾਰ ਹੈ, ਤਾਂ ਫਿਰ ਸਚਿਆਰ ਜੀਵਨ ਦਾ ਧਰਤੀ ਨੂੰ, ਸਚਿਆਰ ਜੀਵਨ ਦੀ ਧਰਤੀ ਤਿਆਰ ਕਰਨੀ ਪਵੇਗੀ ਤੇ ਉਹਦੇ ਵਿੱਚ ਨਾਮ ਦਾ ਬੀਜ ਬੋਝਣਾ ਪਏਗਾ, ਤਾਂ ਸਾਡੇ ਅੰਦਰਲੀ ਤਬਦੀਲੀ ਆਏਗੀ। ਇਹ ਸੱਚ ਦੀ ਪਰਖ ਉਦੋਂ ਹੁੰਦੀ ਹੈ ਜਦੋਂ ਮਨੁੱਖ ਗੁਰੂ ਪਾਸੋਂ ਸੱਚੀ ਸਿੱਖਿਆ ਲੈ ਲਵੇ। ਉਹਦੀ ਸਿੱਖਿਆ ਤੇ ਚੱਲ ਕੇ ਜਦੋਂ ਇਹਦੇ ਜੀਵਨ ਵਿੱਚ ਦਇਆ ਆਉਣੀ ਸ਼ੁਰੂ ਹੋ ਜਾਏ, ਜਦੋਂ ਇਹ ਜੀਵਨ ਵਿੱਚ ਲੋੜਵੰਦ ਦਾ ਸਹਾਇਤਾ ਕਰਨ ਲਈ ਤਿਆਰ ਹੋ ਜਾਏ, ਜਦੋਂ ਆਪਣੇ ਜੀਵਨ ਵਿੱਚੋਂ ਮਨੁੱਖ ਨੂੰ ਮਨੁੱਖ ਸਮਝਣਾ ਸ਼ੁਰੂ ਕਰ ਦੇਵੇ, ਜਦੋਂ ਇਸ ਅਵਸਥਾ ਤੇ ਮਨੁੱਖ ਪਹੁੰਚਦਾ ਹੈ ਤੇ ਫਿਰ ਉਹ ਅੰਤਰ ਤੀਰਥ ਉੱਤੇ ਇਸ਼ਨਾਨ ਕਰਦਾ ਹੈ। ਅੰਤਰ ਤੀਰਥ, ਅੰਤਰਗਤ ਤੀਰਥ ਮਲ ਨਾ ਹੋ। ਅੰਤਰਲੇ ਤੀਰਥ ਉੱਤੇ ਇਸ਼ਨਾਨ ਹੁੰਦਾ ਹੈ। ਬਾਹਰਲੀਆਂ ਬਾਹਰਲੀਆਂ ਗੱਲਾਂ ਤੇ ਬਾਹਰਲੇ ਭੋਕੇ ਵਿਸ਼ਵਾਸ ਉੱਠ ਜਾਂਦੇ ਹਨ। ਫਿਰ ਸਮਝ ਆ ਜਾਂਦੀ ਹੈ ਕਿ ਅੰਤਰਗਤ ਦੇ ਤੀਰਥ ਤੇ ਇਸ਼ਨਾਨ ਕਰਨਾ ਹੈ। ਤੇ ਜਿਨ੍ਹਾਂ ਦੇ ਹਿਰਦੇ ਵਿੱਚ ਮਾਲਕ ਪ੍ਰਭੂ ਟਿਕਿਆ ਹੋਇਆ ਹੈ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਉਹ ਸਾਰੇ ਵਿਕਾਰਾਂ ਦੀ ਮੈਲ ਆਪ ਧੋ ਕੇ ਉਸ ਮਨੁੱਖ ਵਿੱਚੋਂ ਕੱਢ ਕੇ ਉਹਨੂੰ ਸਚਿਆਰ ਜੀਵਨ ਦਾ ਤੱਕ ਪਹੁੰਚਾ ਦਿੰਦਾ ਹੈ। ਆਸਾ ਕੀ ਵਾਰ ਅਸੀਂ ਪੜ੍ਹਦੇ ਹਾਂ, ਸੱਚ ਤਾਂ ਪਰ ਜਾਣੀਐ ਜਾਂ ਸੱਚ ਧਰੇ ਪਿਆਰ, ਨਾਉ ਸੁਨਮਨ ਰਹਸੀਏ ਤਾਂ ਪਾਏ ਮੋਖ ਦੁਆਰ। ਸੱਚ ਤਾਂ ਪਰ ਜਾਣੀਏ ਜਾਂ ਜੁਗਤ ਜਾਣੇ ਜੀਓ, ਧਰਤ ਕਾਇਆ ਸਾਧਕ ਹੈ ਵਿੱਚ ਦੇਹ ਕਰਤਾ ਵੀ। ਸਰੀਰ ਰੂਪੀ ਧਰਤੀ ਨੂੰ ਸਾਧਿਆ ਤੇ ਨਾਮ ਦਾ, ਇਹ ਸਾਧਿਆ ਕਰਦਾ ਸੱਚ ਨਾਲ। ਬੀਜ ਕਿਹੜਾ ਬੀਜਿਆ? ਨਾਮ ਦਾ। ਸੱਚ ਤਾਂ ਪਰ ਜਾਣੀਐ ਜਾਂ ਸਿੱਖ ਸੱਚੀ ਲੈ, ਦਿਆ ਜਾਣੇ ਜੀ ਕੀ ਕਿਛ ਪੁੰਨ ਦਾਨ ਕਰੇ। ਸੱਚ ਤਾਂ ਪਰ ਜਾਣੀਐ ਜਾਂ ਆਤਮ ਤੀਰਥ ਕਰੇ ਨਿਵਾਸ। ਸਤਿਗੁਰੂ ਨੂੰ ਪੁੱਛ ਕੇ ਵੈ ਰਹੇ ਕਰੇ ਨਿਵਾਸ। ਸੱਚ ਸਭਨਾ ਹੋਏ ਦਾਰੂ ਪਾਪ ਕੱਢੇ ਧੋਏ, ਨਾਨਕ ਵਖਾਣੇ ਬੇਨਤੀ ਜਿਨ ਸੱਚ ਪੱਲੇ ਹੋਏ। ਐਡੀ ਸਾਰੀ ਸਤਿਗੁਰੂ ਜੀ ਦਾ ਇਹ ਬਚਨ ਆਸਾ ਕੀ ਵਾਰ ਵਿੱਚ ਰੋਜ਼ ਹੀ ਸੁਣਦੇ ਹਾਂ। ਸਿੱਖ ਧਰਮ ਵਿੱਚ ਇਹ ਸੱਚ ਅਸਲ ਵਿੱਚ ਸਾਡੇ ਜਨਮ ਮਰਨ ਦੇ ਬੰਧਨਾਂ ਨੂੰ ਕੱਟਣ ਵਾਲਾ ਹੈ, ਔਰ ਸਾਰੇ ਸਾਧਨਾ ਤੋਂ ਉੱਚਾ ਇਹ ਸੱਚ ਹੈ। ਪਾਪਾਂ ਦੀ ਮੈਲ ਨੂੰ ਧੋ ਦਿੰਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਕਥਨ ਕਰਦੇ ਹਨ, ਜਪ ਤਪ ਸੰਜਮ ਲਖ ਲਖ ਹੋਮ ਜਗ ਨਹੀਂ ਵੇਦ ਕਰੂੜੀ। ਵਰਤ ਨੇਮ ਸੰਜਮ ਕਨੇ ਕਰਮ ਧਰਮ ਲਖ ਤੰਦ ਮਰੂੜੀ। ਤੀਰਥ ਪੁਰਬ ਸੰਜੋਗ ਲਖ ਪੁਨ ਦਾਨ ਉਪਕਾਰ ਨਾ ਊੜੀ। ਦੇਵੀ ਦੇਵ ਸਰਵਨੇ ਵਰ ਸਰਾਪ ਲਖ ਜੋੜ ਵਿਛੋੜੀ। ਦਰਸ਼ਨ ਵਰਨ ਅਵਰਨ ਲਖ
पूजा अर्चा बंधन तोड़ी, लोक वेद गुण ज्ञान लख, जोग भोग लख अचार पछोड़ी, सच्चों उरे सब के लख सियानप सभा थोड़ी, ऊपर सच अचार चमूड़ी। सारियां चीज़ां का जिक्र किया। मनुखे करता रहे, तप कर लवे, साधना कर लवे, तीर्थां ते इशनान कर लवे, पर सच्चों उरे सब सच की बराबरी कुछ भी नहीं कर सकता। सब चीज़ां सच तो थल्ले हैं। कोई सियानप होवे, चलाकियां होण, ये सब थल्ले हैं। सब तो उपर है मनुख के जीवन का आचार काढ़, जो सचियार दे विचों सचियार जीवन विचों नजर आउंदी है। कई बारी असी आम बोली समाज में विचरते हाँ, कई ये गल कहते ने कि सच इसलिए बोलना चाहिए है कि दरियावी कारोबार में लाभ होता है, लोग इतबार करते हैं। केवल लाभ ले ही सच बोलना है, जब आदमी को नुकसान होएगा फिर सच नहीं बोलेगा, फिर झूठ बोलेगा। कि दलील वाला जीवन जो गुरमत प्रवान नहीं करता, शर्तों वाला जीवन गुरमत प्रवान नहीं करती। स्वार्थ लिए सच बोलने की कोई महानता नहीं है, केवल स्वार्थ लिए सच बोल देना। क्योंकि स्वार्थ लिए लोग झूठ भी बोलते हैं, फिर झूठ से सच फर्क ही होया। जे असी स्वार्थ लिए सच बोलते हाँ ते अपने स्वार्थ लिए लोग झूठ बोलते हैं, फिर साडा तो उन्हां दा फर्क ही होया। हानि या नुकसान या नफा या लाभ मन की पवित्रता ते आचरण की शुद्धि लई सच बोलना चाहिए है, ना कि बाहरले लाभ या हानि की गलबात असीं करते रही। ये तो मन की पवित्रता ते आचरण की शुद्धि लई सचार जीवन की लोड़ पैंदी है। पर कई बार सच बोलने नाल कष्ट भी झेलने पैंदे हैं। ये भी गल असीं देखते हैं। पर ख्याल करना, जिवें जिवें मनुख सचार जीवन बनता है, सचार के नेड़े हुंदा है, ਉਹਦੇ ਨਾਲ ਇਹਦਾ ਅੰਦਰਲਾ ਵੀ ਆਤਮਾ ਵੀ ਬਲਵਾਨ, ਭਾਵ ਸ਼ਕਤੀ ਵੀ ਬਲਵਾਨ ਹੋ ਜਾਂਦੀ ਹੈ, ਅੰਦਰ ਵੀ ਬਲਵਾਨ ਹੁੰਦਾ ਹੈ। ਇਹ ਸੱਚ ਹੀ ਸੀ ਜਿਸਨੇ ਬੰਦ ਕਟਾਏ, ਇਹ ਸੱਚ ਹੀ ਸੀ ਜਿਨ੍ਹਾਂ ਨੇ ਸਿਰ ਆਪਣੇ ਧੜ ਤੋਂ ਅਲੱਗ ਕਰਵਾ ਲਏ, ਇਹ ਸੱਚ ਹੀ ਸੀ ਜਿਹੜੇ ਆਰਿਆਂ ਦੇ ਦੰਦਿਆਂ ਤੇ ਤੁੰਬਾਂ ਹੋ ਗਏ, ਇਹ ਸਚਿਆਰ ਜੀਵਨ ਹੀ ਸੀ जिन्हां दा शरीर नूं आरा रख के दुफाड़ कर दिता गया। ये वाकई सच दा बोलबाला सी। जदों एक सिख आलू वांगू देगां विच उबल रहा है, ये सच है कि जिउंदा रूह विच सड़ रहा है। ये सच है अपने बच्चे दा कलेजा कढ के अपने मूँह च पा रहा है। ये सच है कि रोज बच्चों दे टोटे करवा के अपने गलों में हार पवाए जा रहे हैं। कित्थों कित्थों शक्ति आई? कोई लाभ हानि चो सी नहीं। ये तो अंदर दी मजबूती, अंदर दी बलवानता, अंदर दी पवित्रता ਉਹਦੇ ਵਿੱਚੋਂ पैदा होती है कि सच ਵਿੱਚੋਂ ਇਹ ਚੀਜ਼ਾਂ ਬਣਦੀਆਂ ਹਨ। आत्मा जदों ताकत हो जाती है फिर मनुख निडर हो जाता है। सच आत्मा नूं बलवान करती है ते झूठ मन नूं कमजोर करता है। झूठ की है? किसी गल नूं इस ढंग नाल पेश करना जिस तरह दूजे दे मन ते उसका गल दा घटना बारे गलत चित्र गलत तस्वीर बनता है, इहनूं झूठ कहा जाता है। एक गल होनी ना, लेकिन उसनूं इस ढंगे नाल पेश करना कि ओहदा जिस अगे पेश की जाए ਉਹਦੇ अंदर एक चित्र जिहा बन जाए, चित्र जिहा उलीकिया जाए, इस झूठ है। झूठ का मकसद अपने आप नूं लाभ पहुंचाउणा, दूजे का नुकसान करना हुंदा है झूठ का मकसद। कई बार
ਦੂਜੇ ਦੀ ਭਲਾਈ ਲਈ ਵੀ ਝੂਠ ਬੋਲਦੇ ਹਨ। ਕਈ ਵਾਰ ਝੂਠ ਦੂਜੇ ਦੀ ਭਲਾਈ ਲਈ ਜਿਹੜੀ ਚੀਜ਼ ਬੋਲੀ ਜਾਂਦੀ ਹੈ, ਜਿਵੇਂ ਉਦਾਹਰਨ ਦੇ ਤੌਰ ਤੇ ਕੋਈ ਨੌਜਵਾਨ ਬੱਚੀ, ਉਹਦੇ ਪਿੱਛੇ ਕੋਈ ਗੁੰਡੇ ਲੱਗ ਗਏ, ਉਹ ਦੌੜੀ ਦੌੜੀ ਕਿਸੇ ਦੇ ਘਰ ਆ ਕੇ ਜੇ ਉਹਨੇ ਪਨਾਹ ਲੈ ਲਈ, ਸ਼ਰਨ ਲੈ ਲਈ, ਗੁੰਡੇ ਪਿੱਛੇ ਆਏ, ਘਰ ਵਾਲਿਆਂ ਨੇ ਕਹਿਤਾ, ਪੁੱਛਿਆ ਤੇ ਕਹਿੰਦੇ ਵੀ ਇੱਧਰ ਤਾਂ ਨਹੀਂ ਆਏ। ਬੋਲਿਆ ਤਾਂ ਝੂਠ ਸੀ, ਲੇਕਿਨ ਇਸ ਝੂਠ ਪਿੱਛੇ ਸੱਚਾਈ ਨਜ਼ਰ ਆਉਂਦੀ ਹੈ, ਕਿਸੇ ਦੀ ਭਲਾਈ ਨਜ਼ਰ ਆਉਂਦੀ ਹੈ। ਇਹਨੂੰ ਝੂਠ ਨਹੀਂ ਕਿਹਾ ਜਾਂਦਾ। ਜਦੋਂ ਤੁਹਾਡਾ ਆਪਣਾ ਨਿੱਜੀ ਸਵਾਰਥ ਹੋਵੇ ਤੇ ਉਹਦੇ ਵਿੱਚ ਸੱਚ ਨੂੰ ਵੀ ਝੂਠ ਕਰਕੇ ਪੇਸ਼ ਕੀਤਾ ਜਾਵੇ, ਉਹ ਝੂਠਾ ਜੀਵਨ ਵਾਲਾ ਮੰਨਿਆ ਜਾਂਦਾ ਹੈ। ਕਈ ਵਾਰੀ ਅਸੀਂ ਸਮਾਜ ਵਿੱਚ ਵਿਚਰਦੇ ਹਾਂ ਤਾਂ ਇਹ ਗੱਲ ਸਾਨੂੰ ਬੜੀ ਸਪਸ਼ਟ ਆ ਜਾਂਦੀ ਹੈ ਵੀ ਝੂਠ ਬਹੁਤੀ ਵਾਰ ਆਮ ਕਰਕੇ ਆਪਣੇ ਸਵਾਰਥ ਤੇ ਨਿੱਜੀ ਫਾਇਦੇ ਲਈ ਹੀ ਵਰਤਿਆ ਜਾਂਦਾ ਹੈ ਜਾਂ ਬੋਲਿਆ ਜਾਂਦਾ ਹੈ। ਅੱਜ ਦੇ ਜਿਹੜਾ ਮਾਡਰਨਾਈਜ਼, ਜਦੋਂ ਅਸੀਂ ਕਹਿੰਦੇ ਇਸ ਯੁੱਗ ਵਿੱਚ, ਤਾਂ ਝੂਠ ਹੋਰ ਵੀ ਵੱਧ ਬੋਲਣਾ ਸ਼ੁਰੂ ਕਰ ਦਿੱਤਾ। ਜਦੋਂ ਅਸੀਂ ਛੋਟੇ ਸਾਂ ਉਦੋਂ ਸਾਨੂੰ ਇਹ ਗੱਲ ਸਮਝਾਈ ਜਾਂਦੀ ਸੀ, ਝੂਠ ਨਹੀਂ ਬੋਲਣਾ, ਹਮੇਸ਼ਾ ਸੱਚ ਬੋਲਣਾ ਹੈ। ਘਾੜਤ ਵਿੱਚ ਬਚਪਨ 'ਚ ਘੜ ਦਿੱਤੀ ਜਾਂਦੀ ਸੀ, ਪਰ ਹੁਣ ਘਰਾਂ ਵਿੱਚ ਕਦੀ ਇਹੋ ਜਿਹੀ ਘਾੜਤ ਦੇਖਣ ਨੂੰ ਨਹੀਂ ਮਿਲਦੀ। ਹੁਣ ਹਰ ਕੋਈ ਆਪਣੇ ਫਾਇਦੇ ਦੀ ਗੱਲ ਸੋਚਦਾ ਹੈ। ਝੂਠ ਬੋਲ ਕੇ ਫਾਇਦਾ ਲੈਣਾ ਤੇ ਝੂਠ ਬੋਲ ਕੇ ਲੋਕਾਂ ਦਾ ਨੁਕਸਾਨ ਕਰਨਾ, ਹਰ ਬੰਦੇ ਨੂੰ ਇਸ ਗੱਲ ਦੀ ਪਰਵਾਹ ਹੀ ਨਹੀਂ ਰਹੀ। ਮਨੁੱਖ ਦਾ ਨਜ਼ਰੀਆ ਹੀ ਬਦਲਦਾ ਜਾਂਦਾ, ਸੋਚ ਹੀ ਬਦਲਦੀ ਜਾਂਦੀ ਹੈ। ਸੱਚ ਤੇ ਝੂਠ ਪ੍ਰਤੀ ਉਹਨਾਂ ਦੀ ਸੋਚ ਦਾ ਨਜ਼ਰੀਆ ਉਹ ਬਦਲ ਚੁੱਕਾ ਹੈ। ਜੇ ਆਪਾਂ ਖਿਆਲ ਕਰੀਏ, ਗੁਰਬਾਣੀ ਨੇ ਜਿਹੜਾ ਰਿਜ਼ਲਟ ਕੱਢਿਆ ਉਹ ਹੈ, ਕੂੜ ਨਖੁੱਟੇ ਨਾਨਕਾ ਊੜਕ ਸੱਚ ਰਹੀ। ਕੂੜ ਨਿਖੁੱਟੇ ਨਾਨਕਾ ਊੜਕ ਸੱਚ ਰਹੀ। ਇਹ ਬੋਲ ਗੁਰੂ ਅਮਰਦਾਸ ਮਹਾਰਾਜ ਦੇ ਹਨ, ਰਾਮਕਲੀ ਰਾਗ ਵਿੱਚ। ਤੇ ਸ਼ੇਖ ਫਰੀਦ ਜੀ ਵੀ ਸਾਨੂੰ ਆਸਾ ਰਾਗ ਦੇ ਵਿੱਚ ਇੱਕ ਗੱਲ ਸਮਝਾਉਂਦੇ ਹਨ, ਬੋਲੀਏ ਸੱਚ ਧਰਮ ਝੂਠ ਨਾ ਬੋਲੀਏ, ਜੋ ਗੁਰ ਦੱਸੇ ਬਾਟ ਮੁਰੀਦਾ ਜੋਲੀਏ। ਸੱਚ ਧਰਮ ਦੀ ਗੱਲ ਕਰੀਏ, ਜੋ ਗੁਰੂ ਰਸਤਾ ਦੱਸਦਾ ਉਸ ਰਸਤੇ ਚਲੀਏ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਸੱਚ ਤੇ ਝੂਠ ਦਾ ਜਦੋਂ ਨਿਰਣਾ ਕੀਤਾ, ਉਹਦੇ ਵਿੱਚ ਵੀ ਉਹਨਾਂ ਨੇ ਟਾਕਰਾ ਕਰਕੇ ਸੱਚ ਤੇ ਝੂਠ ਦੇ ਨੂੰ ਆਪਣੀ ਵਾਰਾਂ ਵਿੱਚ ਦਰਜ ਕੀਤਾ। ਵਾਰ ਨੰਬਰ 30 ਪੌੜੀ ਨੰਬਰ 17 ਦੇ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਹਨ, ਸੱਚ ਸਪੂਰਨ ਨਿਰਮਲਾ, ਇਸ ਵਿੱਚ ਕੂੜ ਨਾ ਰਲਦਾ ਕਾਈ, ਇਸ ਵਿੱਚ ਕੂੜ ਨਾ ਰਲਦਾ ਰਾਈ। ਰਾਈ ਦਾ ਮਤਲਬ ਥੋੜਾ ਜਿਹਾ। ਅੱਖੀ ਕਤ ਨਾ ਸੰਜਰੈ, ਫਿਰ ਔਖਾ ਦੁੱਖ ਰਹਿਣ ਵਿਹਾਈ, ਭੋਜਨ ਅੰਦਰ ਮੱਖ ਜਿਉ ਹੋਏ ਦੁਕੁੱਦਾ ਫੇਰ ਕਢਾਈ, ਰੂਈ ਅੰਦਰ ਚਿਨਗ ਵਾਂਗ ਦਾਹੇ ਭਸਮਤ ਕਰੇ ਦੁਖਦਾਈ। ਉਦਾਹਰਨਾਂ ਦਿੱਤੀਆਂ ਨੇ ਕਿ ਵੀ ਭੋਜਨ ਵਿੱਚ ਕਿੰਨਾ ਮਰਜ਼ੀ ਸਵਾਦ ਬਣਿਆ ਹੋਵੇ, ਜਿੰਨਾ ਮਰਜ਼ੀ ਵਧੀਆ ਬਣੇ, ਤੇ ਜੇ ਮੱਖੀ ਪੈ ਜਾਏ ਫਿਰ ਭੋਜਨ ਬਰਬਾਦ ਹੋ ਜਾਂਦਾ। ਰੂਹ ਦਾ ਭਰਿਆ ਹੋਇਆ ਅੰਦਰ ਹੋਵੇ, ਉਹਨੂੰ ਇੱਕ ਚਿਣਗੀ ਅੱਗ ਦੀ ਲੱਗ ਜਾਏ ਤੇ ਸੁਆਹ ਹੋ ਜਾਂਦੀ ਹੈ। ਦੁੱਧ ਦਾ ਭਾਂਡਾ ਭਰਿਆ ਹੋਇਆ ਹੋਵੇ ਤੇ ਕਾਂਜੀ ਦੀ ਇੱਕ ਚੁੱਕ ਸੁੱਟ ਦਈਏ ਤਾਂ ਉਹ ਫਟ ਜਾਂਦਾ ਹੈ। ਜ਼ਹਿਰ ਖਾ ਕੇ ਮਨੁੱਖ ਇਹ ਆਖੇ ਕਿ ਮੇਰੀ ਮੌਤ ਨਹੀਂ ਹੋਏਗੀ, ਉਹਦਾ ਭੁਲੇਖਾ ਹੈ। ਸੱਚ ਵਿੱਚ ਕੂੜ ਦਾ ਸਮਾਉਣਾ ਔਖੀ ਬਾਤ ਹੈ, ਸਮਾ ਨਹੀਂ ਸਕਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਕਾਂਜੀ ਦੁੱਧ ਕਸੁੱਧ ਹੋਏ, ਫਿੱਟੇ ਸਾਦੋਂ ਬੰਨੋ ਜਾਈ। ਸਵਾਦ ਵੀ ਫਿੱਟਿਆ ਗਿਆ,
ਦੁੱਧ ਵਿੱਚ ਕਾਂਜੀ ਪਾ ਦਿੱਤੀ। ਮੋਹਰਾ ਚੱਖਿਆ, ਮੋਹਰਾ ਚੱਖ ਕੇ ਚੱਖਿਆ, ਥੋੜਾ ਜਿਹਾ ਮੋਹਰਾ ਜ਼ਹਿਰ ਚੱਖ ਲਈ। ਪਾਤਸ਼ਾਹ ਮਾਰੇ ਸਹਿਮਾਈ, ਸੱਚ ਅੰਦਰ ਕਿਉਂ ਕੂੜ ਸਮਾਈ। ਵੀ ਸੱਚ ਵਿੱਚ ਕੂੜ ਕਿਵੇਂ ਸਮਾ ਸਕਦਾ ਹੈ। ਸੂਰਜ ਪ੍ਰਕਾਸ਼ ਦੇ ਵਿੱਚ ਇੱਕ ਜ਼ਿਕਰ ਆਉਂਦਾ ਹੈ ਵੀ 10ਵੇਂ ਪਾਤਸ਼ਾਹ ਜੀ ਨੇ ਆਪਣੇ ਸਿੱਖਾਂ ਨੂੰ ਉਪਦੇਸ਼ ਦਿੰਦਿਆਂ ਹੋਇਆ ਇਹ ਵਚਨ ਬੋਲੇ ਸਨ। ਸੂਰਜ ਪ੍ਰਕਾਸ਼ ਦਾ ਕਰਤਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੁਣੇ ਨਾ ਝੂਠ ਨਾ ਮੁਖ ਤੇ ਕਹੈ, ਸੰਗ ਝੂਠ ਕੇ ਪ੍ਰੀਤ ਨਾ ਗਹਿ। ਸਤ ਸੰਗੀ ਹੋਏ ਸਾਚ ਸਮਾਜ ਕਮਾਵੇ, ਸੰਗ ਸਾਚ ਕੇ ਪ੍ਰੀਤ ਵਧਾਵੇ। ਸੱਚ ਉਰ ਧਰੇ ਮਰਿਆਦਾ ਸਾਚੀ, छल बिन होवे साचो बाची। सच के संग जीव का जोई, तिसको करे दंभ बिन होई। भाव सुने ना झूठ ना मुख ते कहे, ना सुने ना कहे। झूठ ना कदी प्यार ही ना पावे, संग झूठ के प्रीत ना कहे, प्यार ही ना पावे। सत्संगत में जाके सच का धारनी होवे और सच्चे नाल अपनी प्रीत विच वाधा करे। सच उर धरे हिंदगे जिंदी हिरदे में सच बसावे। मर्यादा सची ते जीवन दी चलन दी मर्यादा भी सचार बने। ते छल दे जीवन विच धोखा ना दी चीज ना होवे। ते सच के संग जीव का जो भाव अपनी रोजी कमाने लिए भी सच का इस्तेमाल करे। ये सच की कहानी भाई साहब भाई गुरदास जी सानू दसते हैं। सच बोलन का लाभ यह है कि सानू ये नहीं सोचना चाहिए या दूजे लफ्ज़ों च ये कहते हैं भी झूठ बोलन वाले नू 100 झूठ होर बोलना पैंदा है, पर सच बोलन वाले नू एक सोचना नहीं पैंदा कि उन्हें कल की किया सी ते अज की कहना है। एक झूठ ते पर्दा पाउण लई कई झूठ तां बोलने पैंदे हन, पर सच की खुशबू अपने आप ही संसार दे विच प्रगट हो जाती है। तो गल बड़ी स्पष्ट है, सचार नाल मिलन लई, उस सच्चे नाल मिलन लई जीवन दे विच सचार होना पवेगा। ये सचार गल्ली असी चंगियां, आचारी बुरियां, मनो कसुद्धा कालियां, बाहरों चिटवियां वांगू नहीं होना, गल्लां नाल नहीं होना। आचार बनाना पेगा, किरदार बनाना पेगा, अपने जीवन की घाट घड़नी पवेगी। नहीं तो फिर वही गल्ली असी चंगियां, आचारी बुरियां ते जीवन तक असी रह जावांगे। जरूरी है सचमुच जे सचार दे नगरी जाना है, सचमुच जे आद सच जुगात सच है भी सच, नानक होसी भी सच की गल करनी है, तो फिर सचार जीवन का अपने आप को बनाना भी बड़ा जरूरी है। इस करके सच साडे जीवन का आधार टेक, क्योंकि ऐसी चीज है जिहड़ा साडे जीवन विचों बाकी सारियां कमजोरियां नूं दूर कर दिंदा है। उस करते पुरख वाहिगुरू मालिक सच्चे पातशाह जी के चरणों में अरदास है, मालिक जी इस जीवन की डोरी तुहाडे हाथ विच है, और जिन्नी की जीवन की डोरी चल गई सो चल गई, जो जीवन बाकी है वो सानू सचार जीवन की दात बख्शो। असी निरंकार दे घर तो आए हाँ, ते निरंकार दे घर विच जाना है। निरंकार दे घर विच जाण दा ढंग सचार जीवन है। कुड़ियार कुड़ियारी जाए रहे, सचार सिख बैठे सतगुर पास। ਉਹੀ ਬਹਿ ਸਕਦੇ ਹਨ ਜਿਹੜੇ ਸਚਾਰ ਜੀਵਨ ਵਾਲੇ ਹਨ। ਗੁਰੂ ਕਿਰਪਾ ਕਰੇ ਇਸ ਸਚਾਰ ਜੀਵਨ ਦੀ ਘਾਟ ਕਰਕੇ ਅਸੀਂ ਵੀ ਆਪਣਾ ਲੋਕ ਪਰਲੋਕ ਸਹੇਲਾ ਕਰ ਲਈਏ ਜੀ। ਹੋਈਆਂ ਭੁੱਲਾਂ ਦੀ ਖਿਮਾ, ਪਿਆਰ ਸਹਿਤ ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।